ਚਾਲਬਾਜ਼ ਬੁੱਢੀ ਇੱਕ ਨਿੱਕੇ ਜਿਹੇ ਪਿੰਡ 'ਚ ਸ਼ਾਮ ਨਾਂ ਦਾ ਬੰਦਾ ਰਹਿੰਦਾ ਸੀ। ਉਹਦੇ ਕੋਲ ਥੋੜੀ ਜਿਹੀ ਜ਼ਮੀਨ ਸੀ, ਜਿਸ ਦੇ ਵਿੱਚ ਫਸਲਾਂ ਉਗਾ ਕੇ ਉਹ ਆਪਣੇ ਪਰਿਵਾਰ ਦਾ ਢਿੱਡ ਭਰਦਾ ਸੀ। ਓਏ ਵੇਖ, ਆਪਣੀ ਝੋਨੇ ਦੀ ਫਸਲ ਕਿੰਨੀ ਸੋਹਣੀ ਹੋਈ ਹੈ। ਹਾਂਜੀ, ਇਸ ਵਾਰ ਤਾਂ ਆਪਾਂ ਜ਼ਿਆਦਾ ਪੈਸੇ ਵਟ ਲੈਣੇ ਪਿਛਲੀ ਵਾਰ ਤੋਂ। ਪਿਤਾ ਜੀ, ਹੁਣ ਤਾਂ ਆਪਾਂ ਸਾਰਾ ਕਰਜ਼ਾ ਲਾ ਦੇਣਾ ਹੈ ਆੜਤੀਆਂ ਦਾ, ਹੈ ਨਾ? ਹਾਂ, ਇਸ ਵਾਰ ਤੇ ਲੱਗਦਾ ਹੈ ਆਪਾਂ ਸਾਰਾ ਕਰਜ਼ਾ ਚੁਕਾ ਕੇ ਜ਼ਮੀਂਦਾਰ ਤੋਂ ਆਪਣੇ ਖੇਤ ਵਾਪਸ ਲੈ ਲਵਾਂਗੇ ਤੇ ਫਿਰ ਹੋਰ ਫਸਲਾਂ ਬੀਜਾਂਗੇ। ਕੁਝ ਸਮਾਂ ਬੀਤ ਗਿਆ। ਹੁਣ ਫਸਲ ਕੱਟਣ ਦਾ ਮੌਕਾ ਆ ਗਿਆ, ਪਰ ਅਚਾਨਕ ਮੀਂਹ ਪੈਣ ਲੱਗਿਆ ਤੇ ਅਗਲੇ 4 ਦਿਨਾਂ ਤੱਕ ਲਗਾਤਾਰ ਮੀਂਹ ਪੈਂਦਾ ਰਿਹਾ। ਹਾਏ ਮੇਰੇ ਰੱਬਾ, ਇਹ ਮੇਰੇ ਨਾਲ ਕੀ ਹੋ ਗਿਆ? ਸਾਡੀ ਸਾਰੀ ਫਸਲ ਮੀਂਹ ਵਿੱਚ ਬਰਬਾਦ ਹੋ ਗਈ। ਹੁਣ ਅਸੀਂ ਕੀ ਕਰਾਂਗੇ? ਹੁਣ ਦੁਬਾਰਾ ਅਗਲੀ ਫਸਲ ਦਾ ਇੰਤਜ਼ਾਰ ਕਰਨਾ ਹੋਏਗਾ, ਪਰ ਅਗਲੀ ਫਸਲ ਬੀਜਣ ਲਈ ਸਾਡੇ ਕੋਲ ਪੈਸੇ ਵੀ ਤਾਂ ਨਹੀਂ ਹੈਗੇ। ਹਾਂ, ਅਸੀਂ ਤੇ ਸਾਰੀ ਆਸ ਇਸ ਫਸਲ ਤੋਂ ਲਾ ਰੱਖੀ ਸੀ। ਸਾਰਾ ਸਿਆਪਾ ਪੈ ਗਿਆ। ਹੁਣ ਕੀ ਕਰਾਂ ਮੈਂ? ਸੁਣੋ ਜੀ, ਆ ਮੰਗਲ ਸੂਤਰ ਗਹਿਣੇ ਰੱਖ ਕੇ ਪੈਸੇ ਲੈ ਆਓ। ਨਹੀਂ, ਮੈਂ ਕੁਝ ਹੋਰ ਹੀਲਾ ਵਸੀਲਾ ਕਰਦਾ ਪੈਸਿਆਂ ਦਾ। ਸ਼ਾਮ ਕੁਝ ਦੇਰ ਸੋਚ ਕੇ ਕਹਿੰਦਾ ਹੈ, ਤੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਮੈਂ ਆਪਣੇ ਇੱਕ ਕਿਸਾਨ ਮਿੱਤਰ ਨੂੰ ਪੈਸੇ ਉਧਾਰ ਦਿੱਤੇ ਸੀ? ਮੈਂ ਉਸ ਤੋਂ ਮੰਗ ਕੇ ਵੇਖਦਾ ਹਾਂ। ਹਾਂ, ਯਾਦ ਹੈ। ਤੁਸੀਂ ਆਪਣੇ ਇੱਕ ਦੋਸਤ ਨੂੰ ਪੈਸੇ ਦਿੱਤੇ ਸੀ। ਜਦੋਂ ਉਹਨੂੰ ਤੁਹਾਡੀ ਲੋੜ ਸੀ ਤਾਂ ਤੁਸੀਂ ਉਹਦੀ ਮਦਦ ਕੀਤੀ ਸੀ। ਹੁਣ ਆਪਾਂ ਨੂੰ ਉਹਦੀ ਮਦਦ ਦੀ ਲੋੜ ਆ। ਠੀਕ ਹੈ, ਮੈਂ ਕੱਲ ਸਵੇਰੇ ਹੀ ਸ਼ਹਿਰ ਨਿਕਲ ਜਾਵਾਂਗਾ ਤਾਂ ਕਿ ਰਾਤ ਹੋਣ ਤੋਂ ਪਹਿਲਾਂ ਉੱਥੇ ਪਹੁੰਚ ਜਾਵਾਂ। ਸਵੇਰਾ ਹੁੰਦਾ ਹੈ ਤੇ ਸ਼ਾਮ ਸ਼ਹਿਰ ਲਈ ਨਿਕਲ ਜਾਂਦਾ ਹੈ, ਜਿੱਥੇ ਉਹਦਾ ਦੋਸਤ ਰਹਿੰਦਾ ਹੈ। ਚਲਦੇ ਚਲਦੇ ਰਾਤ ਹੋ ਗਈ ਸੀ ਤੇ ਉਹ ਹਜੇ ਵੀ ਰਸਤੇ ਵਿੱਚ ਹੀ ਸੀ, ਪਰ ਹਜੇ ਉਹ ਦੂਜੇ ਪਿੰਡ ਤੱਕ ਹੀ ਪਹੁੰਚਿਆ ਸੀ। ਸ਼ਹਿਰ ਤੇ ਹਜੇ ਦੂਰ ਹੈ ਤੇ ਮੈਨੂੰ ਬਹੁਤ ਜ਼ੋਰਾਂ ਦੀ ਭੁੱਖ ਲੱਗੀ ਹੈ। ਕਿਉਂ ਨਾ ਇੱਥੇ ਹੀ ਕੁਝ ਖਾ ਲਵਾਂ? ਨੇੜੇ ਹੀ ਛੋਟੇ ਜਿਹੇ ਘਰ ਤੋਂ ਰੌਸ਼ਨੀ ਆ ਰਹੀ ਸੀ। ਉਸਨੇ ਸੋਚਿਆ ਕੀ ਪਤਾ ਇਸ ਘਰ ਤੋਂ ਖਾਣ ਨੂੰ ਕੁਝ ਮਿਲ ਜਾਏ। ਸ਼ਾਮ ਉਸ ਘਰ ਵੱਲ ਚੱਲ ਪਿਆ। ਬੂਹੇ ਤੋਂ ਉਹਨੇ ਆਵਾਜ਼ ਦਿੱਤੀ, ਅੰਦਰ ਕੋਈ ਹੈ? ਘਰ ਦੇ ਅੰਦਰੋਂ ਇੱਕ ਬਜ਼ੁਰਗ ਜਨਾਨੀ ਦੀ ਆਵਾਜ਼ ਆਈ, ਕੌਣ ਹੈ? ਅੱਧੀ ਰਾਤ ਨੂੰ ਇੱਥੇ ਕੀ ਕਰਦਾ ਹੈ? ਮਾਤਾ ਜੀ, ਮੈਂ ਬਹੁਤ ਦੂਰ ਤੋਂ ਚੱਲ ਕੇ ਆ ਰਿਹਾ। ਮੈਨੂੰ ਬਹੁਤ ਭੁੱਖ ਲੱਗੀ ਆ। ਕੀ ਕੁਝ ਖਾਣ ਨੂੰ ਮਿਲੇਗਾ? ਇਸ ਵੇਲੇ ਮੇਰੇ ਕੋਲ ਖਾਣ ਲਈ ਕੁਝ ਵੀ ਨਹੀਂ। ਮਾਂ ਜੀ, ਮੈਨੂੰ ਬਹੁਤ ਭੁੱਖ ਲੱਗੀ ਆ। ਜੋ ਕੁਝ ਵੀ ਬਚਿਆ ਕੁਛਿਆ ਮੈਨੂੰ ਦੇ ਦਿਓ। ਮੈਂ ਬਹੁਤ ਭੁੱਖਾ ਹਾਂ। ਠੀਕ ਆ, ਮੇਰੇ ਕੋਲ 2 ਅੰਡੇ ਪਏ ਆ, ਖਾਏਗਾ ਤੂੰ? ਹਾਂ ਮਾਂ ਜੀ, ਮੈਨੂੰ ਖਵਾ ਦਿਓ। ਮੈਂ ਤੁਹਾਡਾ ਅਹਿਸਾਨ ਕਦੇ ਨਹੀਂ ਭੁੱਲਾਂਗਾ। ਬੁੱਢੀ ਔਰਤ ਅੰਦਰ ਗਈ ਤੇ 2 ਅੰਡੇ ਬਣਾ ਕੇ ਲੈ ਆਈ। ਸ਼ਾਮ ਅੰਡੇ ਖਾ ਕੇ ਬਹੁਤ ਖੁਸ਼ ਹੋਇਆ। ਮਾਤਾ ਜੀ, ਤੁਸੀਂ ਮੈਨੂੰ ਬਹੁਤ ਵਧੀਆ ਖਾਣਾ ਖਵਾਇਆ ਹੈ। ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ? 2 ਅੰਡਿਆਂ ਦੇ ਤੂੰ ਮੈਨੂੰ 5 ਰੁਪਏ ਦੇ ਦੇ ਬਸ। ਮਾਤਾ ਜੀ, ਹਜੇ ਮੇਰੇ ਕੋਲ ਪੈਸੇ ਨਹੀਂ ਹੈਗੇ। ਮੈਂ ਇੱਕ ਕੰਮ ਲਈ ਸ਼ਹਿਰ ਜਾ ਰਿਹਾ। ਕੱਲ ਵਾਪਸੀ ਤੇ ਤੁਹਾਨੂੰ ਤੁਹਾਡੇ ਪੈਸੇ ਦੇ ਦੇਵਾਂਗਾ। ਤੁਸੀਂ ਮੇਰੇ ਤੇ ਭਰੋਸਾ ਰੱਖੋ। ਕੋਈ ਗੱਲ ਨਹੀਂ, ਤੂੰ ਕੱਲ ਮੁੜਦਾ ਹੋਇਆ ਪੈਸੇ ਦੇ ਜੀ। ਇਹ ਕਹਿ ਕੇ ਸ਼ਾਮ ਉਧਰੋਂ ਚਲਾ ਗਿਆ। ਥੋੜੀ ਦੇਰ ਬਾਅਦ ਉਹ ਆਪਣੇ ਦੋਸਤ ਕੋਲ ਪਹੁੰਚਾ। ਆਜਾ ਸ਼ਾਮ, ਇੰਨੇ ਦਿਨਾਂ ਬਾਅਦ ਮੁਲਾਕਾਤ ਹੋਈ ਤੇਰੇ ਨਾਲ। ਸਭ ਠੀਕ ਹੈ? ਹਾਂ, ਸਭ ਠੀਕ ਆ। ਕੀ ਗੱਲ ਹੈ ਬਈ ਸ਼ਾਮ? ਮੈਨੂੰ ਲੱਗਦਾ ਤੂੰ ਮੇਰੇ ਕੋਲੋਂ ਕੁਝ ਛੁਪਾ ਰਿਹਾ ਹੈ। ਸਾਰੀ ਗੱਲ ਖੁੱਲ ਕੇ ਦੱਸ ਯਾਰ। ਆਖਿਰ ਆਪਾਂ ਬਚਪਨ ਦੇ ਯਾਰ ਹੈਂ। ਕਿਸ਼ਨ, ਇਸ ਵਾਰ ਮੀਂਹ ਨੇ ਮੇਰੀ ਸਾਰੀ ਫਸਲ ਬਰਬਾਦ ਕਰਤੀ। ਬਹੁਤ ਨੁਕਸਾਨ ਹੋਇਆ ਹੈ। ਹੁਣ ਅਗਲੀ ਫਸਲ ਦੀ ਬੀਜ ਦੇ ਲਈ ਮੇਰੇ ਕੋਲ ਕੁਝ ਵੀ ਨਹੀਂ ਹੈ। ਮੈਨੂੰ ਕੁਝ ਪੈਸੇ ਉਧਾਰ ਦੇ ਸਕਦਾ ਹੈ? ਉਧਾਰ? ਕੀ ਗੱਲ ਕਰਦਾ ਹੈ ਵੀਰੇ? ਤੈਨੂੰ ਯਾਦ ਹੈ ਇੱਕ ਵਾਰ ਤੂੰ ਮੈਨੂੰ ਪੈਸੇ ਦਿੱਤੇ ਸੀ ਜਦੋਂ ਮੈਨੂੰ ਪੈਸਿਆਂ ਦੀ ਬਹੁਤ ਲੋੜ ਸੀ, ਤੇ ਉਹ ਪੈਸੇ ਮੈਂ ਤੈਨੂੰ ਅੱਜ ਤੱਕ ਨਹੀਂ ਮੋੜਿਆ। ਨਹੀਂ, ਮੈਂ ਉਹ ਪੈਸੇ ਵਾਪਸ ਲੈਣ ਨਹੀਂ ਆਇਆ। ਮੈਂ ਤੇਰੀ ਮਦਦ ਕਰਾਂਗਾ ਤਾਂ ਮੈਨੂੰ ਬਹੁਤ ਖੁਸ਼ੀ ਹੋਊਗੀ ਯਾਰ। ਅੱਜ ਮੈਂ ਜੋ ਵੀ ਕੁਝ ਆ ਉਹ ਸਭ ਤੇਰੇ ਕਰਕੇ ਹੀ ਆ। ਤੇਰੇ ਦਿੱਤੇ ਪੈਸੇ ਤੋਂ ਮੈਂ ਸ਼ਹਿਰ ਵਿੱਚ ਆਪਣਾ ਕੰਮ ਸ਼ੁਰੂ ਕੀਤਾ।
ਅੱਜ ਉਹਦੇ ਤੋਂ ਸਭ ਕੁਝ ਆ ਮੇਰੇ ਕੋਲ। ਕਿਸ਼ਨ ਸ਼ਾਮ ਨੂੰ ਪਏ ਦਿੰਦਾ ਹੈ। ਅਗਲੀ ਸਵੇਰ ਸ਼ਾਮ ਪਏ ਲੈ ਕੇ ਆਪਣੇ ਪਿੰਡ ਵੱਲ ਨੂੰ ਵਾਪਸ ਚੱਲ ਪੈਂਦਾ ਹੈ। ਰਾਹ ਵਿੱਚ ਉਸ ਨੂੰ ਯਾਦ ਆਉਂਦਾ ਹੈ ਕਿ ਉਹਨੇ ਬੁੱਢੀ ਔਰਤ ਦੇ ਪੈਸੇ ਵਾਪਸ ਕਰਨੇ ਹੈ। ਇਹ ਸੋਚ ਕੇ ਉਹ ਬੁੱਢੀ ਔਰਤ ਦੇ ਘਰ ਜਾਂਦਾ ਹੈ ਤੇ ਕਹਿੰਦਾ ਹੈ, ਮਾਤਾ ਜੀ, ਕੱਲ ਮੈਂ ਜਦੋਂ ਇੱਥੋਂ ਲੰਘ ਰਿਹਾ ਸੀ ਤੇ ਤੁਸੀਂ ਮੈਨੂੰ ਖਾਣਾ ਖਵਾਇਆ ਸੀ। ਉਸ ਵੇਲੇ ਮੇਰੇ ਕੋਲ ਖਾਣ ਦੇ ਪਏ ਨਹੀਂ ਸੀਗੇ। ਅੱਜ ਮੈਂ ਪਏ ਦੇਣ ਆਇਆ ਹਾਂ। ਹੈਂ? ਇੱਕ ਹੀ ਦਿਨ 'ਚ ਤੇਰੇ ਕੋਲ ਪੈਸੇ ਕਿੱਥੋਂ ਆ ਗਏ? ਮਾਤਾ ਜੀ, ਮੈਂ ਸ਼ਹਿਰ ਗਿਆ ਸੀ ਆਪਣੇ ਦੋਸਤ ਤੋਂ ਪਏ ਲੈਣ। ਇਹ ਕਹਿ ਕੇ ਉਹਨੇ ਸਾਰੀ ਗੱਲ ਬੁੱਢੀ ਔਰਤ ਨੂੰ ਦੱਸ ਦਿੱਤੀ। ਇਹ ਸੁਣ ਕੇ ਉਸ ਬੁੱਢੀ ਔਰਤ ਨੂੰ ਪਤਾ ਲੱਗਿਆ ਕਿ ਇਸ ਦੇ ਕੋਲ ਬਹੁਤ ਪਏ ਨੇ। ਬੁੱਢੀ ਦੇ ਦਿਲ ਵਿੱਚ ਲਾਲਚ ਆ ਗਿਆ ਤੇ ਉਸਨੇ ਕਿਹਾ, ਪੁੱਤਰ, ਤੂੰ ਮੈਨੂੰ ਬਹੁਤ ਘੱਟ ਪੈਸੇ ਦੇ ਰਿਹਾ ਹੈ। ਜਦੋਂ ਮੈਂ ਤੈਨੂੰ ਕਿਹਾ ਸੀ ਤਾਂ ਇਹਦੀ ਕੀਮਤ 5 ਰੁਪਏ ਸੀ, ਪਰ ਹੁਣ ਇਹਦੀ ਕੀਮਤ 500 ਰੁਪਏ ਹੈ। ਮਾਂ ਜੀ, 500 ਰੁਪਏ ਕਿਵੇਂ ਹੋਏ? ਪੁੱਤਰ, ਜੋ ਤੂੰ ਆਂਡੇ ਖਾਦੇ ਉਹ ਕੋਈ ਆਮ ਆਂਡੇ ਨਹੀਂ ਸੀ, ਸੋਨੇ ਦੇ ਆਂਡੇ ਸੀ। ਜੇ ਮੈਂ ਉਹਨਾਂ ਨੂੰ ਨਾ ਬਣਾ ਕੇ ਖਵਾਉਂਦੀ ਤਾਂ ਅੱਜ ਮੁਰਗੀਆਂ ਨਿਕਲਦੀਆਂ ਤੇ ਫਿਰ ਸੋਨੇ ਦੇ ਆਂਡੇ, ਜਿਨ੍ਹਾਂ ਨੂੰ ਵੇਚ ਕੇ ਮੈਂ ਹਜ਼ਾਰਾਂ ਰੁਪਏ ਵੱਟਦੀ। ਮਾਂ ਜੀ, ਇਹ ਤੁਸੀਂ ਕੀ ਕਹਿ ਰਹੇ ਹੋ? ਤੁਹਾਨੂੰ ਦੇਣ ਦੇ ਲਈ ਮੇਰੇ ਕੋਲ ਇੰਨੇ ਪਏ ਨਹੀਂ ਹੈਗੇ। ਆਪਣੀ ਫਸਲ ਦੀ ਬੀਜ ਦੇ ਲਈ ਮੈਂ ਆਪਣੇ ਦੋਸਤ ਤੋਂ ਪਏ ਉਧਾਰ ਲਿੱਤੇ ਨੇ। ਬੁੱਢੀ ਔਰਤ ਸ਼ਾਮ ਦੀ ਇੱਕ ਵੀ ਗੱਲ ਨਹੀਂ ਸੁਣਦੀ। ਉਹ ਸ਼ਾਮ ਨੂੰ ਪਿੰਡ ਦੇ ਸਰਪੰਚ ਦੇ ਕੋਲ ਲੈ ਕੇ ਜਾਂਦੀ ਹੈ ਤੇ ਸਾਰੀ ਗੱਲ ਦੱਸ ਦਿੰਦੀ ਹੈ। ਇਹਦਾ ਫੈਸਲਾ ਕੱਲ ਕਰਾਂਗੇ। ਅੱਜ ਇਹਨੂੰ ਪਿੰਡ ਦੇ ਦਰਖਤ ਨਾਲ ਬੰਨ੍ਹ ਦਿੰਦੇ ਆ। ਕੱਲ ਇਹਦਾ ਫੈਸਲਾ ਹੋਵੇਗਾ। ਸ਼ਾਮ ਨੂੰ ਇੱਕ ਚੌਪਾਲ ਦੇ ਦਰਖਤ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਅਗਲੇ ਦਿਨ ਸਾਰੇ ਪਿੰਡ ਵਾਲੇ ਚੌਪਾਲ ਦੇ ਕੋਲ ਇਕੱਠੇ ਹੁੰਦੇ ਨੇ। ਸ਼ਾਮ ਨੂੰ ਵੀ ਉੱਥੇ ਸੱਦਿਆ ਜਾਂਦਾ ਹੈ। ਮੈਨੂੰ ਸਾਰੀ ਗੱਲ ਦੱਸ ਕੀ ਹੋਇਆ। ਸ਼ਾਮ ਦੀ ਗੱਲ ਸੁਣਨ ਤੋਂ ਬਾਅਦ ਸਰਪੰਚ ਕਹਿੰਦਾ ਹੈ, ਮੈਨੂੰ ਕੁਝ ਦਿਨ ਹੋਰ ਚਾਹੀਦੇ ਨੇ ਫੈਸਲਾ ਕਰਨ ਲਈ। ਕਿੰਨਾ ਸਮਾਂ ਚਾਹੀਦਾ ਸਰਪੰਚ ਜੀ? ਸਿਰਫ 1-2 ਦਿਨ ਚਾਹੀਦੇ ਨੇ, ਕਿਉਂਕਿ ਮੈਂ ਜੋ ਕੱਲ ਮੂੰਗਫਲੀ ਬੋਈ ਹੈ ਉਹਦੀ ਫਸਲ ਤਿਆਰ ਹੋ ਜਾਵੇਗੀ ਤੇ ਕਟਾਈ ਦਾ ਸਮਾਂ ਆ ਗਿਆ ਹੈ। ਫਿਰ ਉਹ ਪਰਸੋਂ ਬਾਜ਼ਾਰ 'ਚ ਵੇਚਣਾ ਪਊਗਾ। ਸਰਪੰਚ ਜੀ, ਇਹ ਕਿਵੇਂ ਹੋ ਸਕਦਾ ਹੈ ਮੂੰਗਫਲੀ ਦੀ ਫਸਲ 2 ਦਿਨਾਂ ਦੇ ਵਿੱਚ ਤਿਆਰ ਹੋ ਜਾਵੇ? ਜਦੋਂ ਇੱਕ ਦਿਨ 'ਚ ਅੰਡਾ ਤੋਂ ਮੁਰਗੀ ਤੇ ਮੁਰਗੀ ਤੋਂ ਅੰਡਾ ਹੋ ਸਕਦਾ ਹੈ ਤਾਂ ਫਿਰ ਮੂੰਗਫਲੀ ਕਿਉਂ ਨਹੀਂ? ਇਹ ਸੁਣ ਕੇ ਸਾਰੇ ਪਿੰਡ ਵਾਲਿਆਂ ਨੂੰ ਸਮਝ ਆ ਗਿਆ ਕਿ ਬੁੱਢੀ ਔਰਤ ਨੇ ਸ਼ਾਮ ਨੂੰ ਠਗਣ ਲਈ ਇਹ ਸਭ ਕੀਤਾ ਸੀ। ਬੁੱਢੀ ਔਰਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤੇ ਉਹ ਸ਼ਾਮ ਤੋਂ ਮਾਫੀ ਮੰਗਦੀ ਹੈ। ਪੁੱਤਰ, ਮੈਨੂੰ ਮਾਫ ਕਰ ਦੇ, ਮੈਂ ਲਾਲਚ ਵਿੱਚ ਅੰਨੀ ਹੋ ਗਈ ਸੀ। ਕੋਈ ਗੱਲ ਨਹੀਂ ਮਾਤਾ ਜੀ, ਮੈਂ ਤੁਹਾਨੂੰ 5 ਰੁਪਏ ਦੇ ਬਦਲੇ 10 ਰੁਪਏ ਦੇ ਦਿਆਂਗਾ। ਤੁਸੀਂ ਮੈਨੂੰ ਉਦੋਂ ਖਾਣਾ ਖਵਾਇਆ ਸੀ ਜਦੋਂ ਮੈਨੂੰ ਲੋੜ ਸੀ। ਇਸ ਦੇ ਬਾਅਦ ਸ਼ਾਮ ਆਪਣੇ ਘਰ ਆਇਆ ਤੇ ਸਾਰੀ ਗੱਲ ਆਪਣੀ ਵੋਟੀ ਤੇ ਆਪਣੇ ਮੁੰਡੇ ਨੂੰ ਦੱਸ ਦਿੱਤੀ। ਕੋਈ ਗੱਲ ਨਹੀਂ, ਅੰਤ ਭਲਾ ਤੇ ਸਭ ਭਲਾ। ਆਖਰ ਸਰਪੰਚ ਜੀ ਨੇ ਨਿਆਂ ਕਰ ਹੀ ਦਿੱਤਾ। ਹਾਂ, ਚਲੋ ਹੁਣ ਆਪਣੀ ਦੂਜੀ ਫਸਲ ਬੀਜਣ ਦੀ ਤਿਆਰੀ ਕਰਦੇ ਹਾਂ। ਦੂਜੇ ਦਿਨ ਸ਼ਾਮ ਬਾਜ਼ਾਰ ਤੋਂ ਨਏ ਬੀਜ ਲਾਣ ਗਿਆ। ਫਿਰ ਕੁਝ ਦਿਨਾਂ ਤੱਕ ਸ਼ਾਮ ਤੇ ਉਹਦੀ ਵੋਟੀ ਖੇਤਾਂ ਵਿੱਚ ਬਹੁਤ ਮਿਹਨਤ ਕਰਦੇ ਨੇ ਅਤੇ ਕੁਝ ਮਹੀਨਾ ਬਾਅਦ ਉਹਨਾਂ ਦੇ ਸਾਹਮਣੇ ਲਹਿਲਾਂਦੀ ਫਸਲ ਦੀ ਪੈਦਾਵਾਰ ਹੋਈ। ਸਾਰੇ ਪਿੰਡ 'ਚ ਸਭ ਤੋਂ ਸੋਹਣੀ ਫਸਲ। ਸ਼ਾਮ ਤੇ ਸੁਨੀਤਾ ਦੋਵੇਂ ਮਿਲ ਕੇ ਫਸਲ ਵੱਢਦੇ ਨੇ ਤੇ ਮੰਡੀ ਵਿੱਚ ਜਾ ਕੇ ਫਸਲ ਵੇਚਦੇ ਨੇ। ਇਸ ਵਾਰ ਉਹਨਾਂ ਨੂੰ ਫਸਲ ਦੇ ਬਹੁਤ ਪਏ ਮਿਲੇ। ਵੇਖ ਕਿੰਨੇ ਪਏ ਮਿਲੇ ਆਪਾਂ ਨੂੰ। ਇਸ ਤੋਂ ਆਪਾਂ ਸਾਰੇ ਖੇਤ ਛੁਡਵਾ ਲਵਾਂਗੇ। ਹਾਂ, ਹੁਣ ਆਪਣੇ ਸਾਰੇ ਦੁੱਖ ਦੇ ਦਿਨ ਖਤਮ ਹੋ ਗਏ ਸਮਝੋ। ਚੱਲ ਹੁਣ ਮੈਂ ਜ਼ਮੀਂਦਾਰ ਨੂੰ ਪਏ ਦੇ ਕੇ ਆਪਣੇ ਬਾਕੀ ਖੇਤ ਛੁਡਵਾ ਲੈਂਦਾ। ਹਾਂ, ਜਾਓ। ਸ਼ਾਮ ਜ਼ਮੀਂਦਾਰ ਦੇ ਕੋਲ ਜਾਂਦਾ ਹੈ। ਓਏ ਕੀ ਓਏ ਸ਼ਾਮ, ਸੁਣਿਆ ਹੈ ਕਿ ਇਸ ਵਾਰੀ ਤੇਰੀ ਫਸਲ ਬਹੁਤ ਵਧੀਆ ਹੋਈ ਹੈ। ਜੀ ਮਾਲਕ। ਫਿਰ ਤਾਂ ਤੂੰ ਇਸ ਵਾਰੀ ਸਾਰਾ ਕਰਜ਼ਾ ਦੇ ਦੇਵੇਂਗਾ। ਕਿਉਂ, ਠੀਕ ਕਹਿ ਰਿਹਾ ਨਾ? ਹਾਂ ਮਾਲਕ, ਮੈਂ ਪਏ ਨਾਲ ਲੈ ਕੇ ਆਇਆ ਹਾਂ। ਇਹ ਕਹਿ ਕੇ ਉਹ ਪਏ ਦਿੰਦਾ ਹੈ। ਚਲੋ, ਅੱਜ ਤੂੰ ਵੀ ਵਧੀਆ ਕੰਮ ਕਰ ਦਿੱਤਾ। ਮਾਲਕ, ਮੇਰੀ ਜ਼ਮੀਨ ਦੇ ਕਾਗਜ਼। ਹਾਂ, ਉਹ ਵੀ ਦੇਣਾ। ਇਹ ਲੈ ਜ਼ਮੀਨ ਦੇ ਕਾਗਜ਼ਾਤ। ਧੰਨਵਾਦ ਮਾਲਕ। ਸ਼ਾਮ ਜ਼ਮੀਨ ਦੇ ਕਾਗਜ਼ ਲੈ ਕੇ ਘਰ ਆਂਦਾ ਹੈ। ਸੁਨੀਤਾ, ਰਾਜੂ, ਆਓ ਵੇਖੋ, ਆਪਣੀ ਜ਼ਮੀਨ ਦੇ ਕਾਗਜ਼ ਮਿਲ ਗਏ। ਮਤਲਬ ਹੁਣ ਸਾਰੇ ਖੇਤ ਸਾਡੇ ਹੋ ਗਏ? ਹਾਂ, ਹੁਣ ਸਾਰੇ ਖੇਤਾਂ ਦੇ ਮਾਲਕ ਅਸੀਂ ਹਾਂ। मतलब पिताजी, हम अपना ट्रैक्टर भी ला लवांगे।
ਹਾਂ ਪੁੱਤਰ, ਟਰੈਕਟਰ ਵੀ ਲੈ ਲਵਾਂਗੇ, ਲੇਕਿਨ ਉਸ ਤੋਂ ਪਹਿਲਾਂ ਬਾਜ਼ਾਰ ਤੋਂ ਮਿਠਾਈ ਲੈ ਕੇ ਆਉਣਾ। ਬਹੁਤ ਸਾਲਾਂ ਬਾਅਦ ਖੁਸ਼ੀ ਆਈ ਹੈ ਸਾਡੇ ਘਰ ਵਿੱਚ। ਪਿਤਾ ਜੀ, ਮੈਂ ਵੀ ਤੁਹਾਡੇ ਨਾਲ ਬਾਜ਼ਾਰ ਚਲਾਂਗਾ। ਠੀਕ ਹੈ। ਸ਼ਾਮ ਤੇ ਰਾਜੂ ਬਾਜ਼ਾਰ ਜਾਂਦੇ ਨੇ ਤੇ ਮਿਠਾਈ ਲੈ ਕੇ ਘਰ ਵਾਪਸ ਆਉਂਦੇ ਨੇ। ਵੇਖ, ਮੈਂ ਤੇਰੇ ਲਈ ਕੀ ਲਾਇਆ ਹਾਂ। ਇਹ ਕਹਿ ਕੇ ਕਿਸਾਨ ਥੈਲੀ ਵਿੱਚੋਂ ਇੱਕ ਸਾੜੀ ਕੱਢਦਾ ਹੈ। ਨਵੀਂ ਸਾੜੀ? ਪਰ ਅੱਜ ਤਾਂ ਕੋਈ ਤਿਉਹਾਰ ਵੀ ਨਹੀਂ ਹੈ। ਸਾਡੇ ਲਈ ਤੇ ਅੱਜ ਹੀ ਤਿਉਹਾਰ ਹੈ। ਫਿਰ ਆਪਣੇ ਹੱਥ ਨਾਲ ਮਿਠਾਈ ਕੱਢ ਕੇ ਸੁਨੀਤਾ ਤੇ ਰਾਜੂ ਨੂੰ ਖਵਾਉਂਦਾ ਹੈ। ਪਿਤਾ ਜੀ, ਹੁਣ ਆਪਾਂ ਆਪਣੇ ਖੇਤਾਂ 'ਚ ਕਦੋਂ ਕੰਮ ਸ਼ੁਰੂ ਕਰਾਂਗੇ? ਛੇਤੀ ਕਰਾਂਗੇ ਪੁੱਤ, ਪਰ ਤੂੰ ਆਪਣੀ ਪੜ੍ਹਾਈ ਤੇ ਧਿਆਨ ਦੇਈਂ। ਖੇਤਾਂ ਦਾ ਕੰਮ ਆਪਾਂ ਦੋਵੇਂ ਵੇਖ ਲਵਾਂਗੇ। ਠੀਕ ਹੈ ਪਿਤਾ ਜੀ, ਪਰ ਕਦੇ-ਕਦੇ ਮੈਂ ਵੀ ਤੁਹਾਡੇ ਨਾਲ ਖੇਤਾਂ 'ਚ ਜਾਇਆ ਕਰਾਂਗਾ ਤਾਂ ਕਿ ਪੜ੍ਹਾਈ ਦੇ ਨਾਲ-ਨਾਲ ਮੈਨੂੰ ਖੇਤਾਂ ਦੀ ਵੀ ਜਾਣਕਾਰੀ ਹੋ ਸਕੇ। ਕੀ ਗੱਲ ਆ, ਸਾਡਾ ਪੁੱਤ ਇੰਨਾ ਸਮਝਦਾਰ ਹੈ। ਫਿਰ ਸਾਰੇ ਹੱਸਦੇ ਨੇ ਤੇ ਮਿਠਾਈ ਖਾਂਦੇ ਨੇ। ਅਗਲੇ ਦਿਨ ਸ਼ਾਮ ਤੇ ਸੁਨੀਤਾ ਖੇਤਾਂ ਵਿੱਚ ਫਸਲ ਬੀਜਣ ਜਾਂਦੇ ਨੇ। ਵੇਖਦੇ ਵੇਖਦੇ ਬਹੁਤ ਸੋਹਣੀ ਫਸਲ ਹੁੰਦੀ ਹੈ। ਹੁਣ ਸ਼ਾਮ ਨੇ ਟਰੈਕਟਰ ਵੀ ਖਰੀਦ ਲਿਆ ਹੈ। ਹੁਣ ਸਾਰੇ ਪਿੰਡ ਵਿੱਚ ਸ਼ਾਮ ਦੀ ਫਸਲ ਸਭ ਤੋਂ ਸੋਹਣੀ ਹੁੰਦੀ ਹੈ।